ਸ਼ਾਪਿੰਗ ਤੇ ਲੈ ਜਾ ਮੈਨੂੰ ਪੱਟ ਹੋਣ ਆਵੇ ਬੜਾ ਦਿਲ ਕਰਦਾ ਉਹਨੇ ਦਿਲ ਮੰਗਿਆ ਤੇ ਸਾਥੋਂ ਸਾਰੀਆਂ ਨੇ ਪਾਇਆ ਨਵਾਂ ਹੀ ਟ੍ਰੈਂਡ ਆਇਆ ਮੈਨੂੰ ਕਿੱਲ ਕਰਦਾ ਜਦੋਂ ਪਾ ਕੇ ਆਈ ਇਹਨੂੰ ਉਦੋਂ ਤੱਕੇਂਗਾ ਤੂੰ ਮੈਨੂੰ ਪਾ ਕੇ ਆਈ ਇਹਨੂੰ ਉਦੋਂ ਤੱਕੇਂਗਾ ਤੂੰ ਮੈਨੂੰ ਜੱਟਾ ਪਿਆਰ ਤੈਨੂੰ ਹੋ ਜਾਣਾ ਦੁਬਾਰਾ ਗੱਲਾਂ ਨਾਲ ਹੋਣਾ ਨਹੀਂ ਗੁਜ਼ਾਰਾ ਲੈ ਦੇ ਮੈਨੂੰ ਸੋਹਣਿਆ ਸ਼ਰਾਰਾ ਲੱਗਦਾ ਏ ਮੈਨੂੰ ਬੜਾ ਪਿਆਰਾ ਲੈ ਦੇ ਮੈਨੂੰ ਸੋਹਣਿਆ ਸ਼ਰਾਰਾ ਬਾਕੀ ਸਾਰੇ ਸੂਟ ਹੁਣ ਫਿੱਕੇ ਲੱਗਦੇ ਵੇ ਨਾਲੇ ਬੋਰ ਹੋ ਗਈ ਜੀਨਾ ਤੋਂ ਤੇਰੇ ਵਾਲੀ ਜੱਟੀ ਨੇ ਅਲੱਗ ਦੇਖਣਾ ਵੇ ਨਾ ਚੀਨਾ ਵੀ ਨਾ ਟੀਨਾ ਤੋਂ ਵੇ ਸਾਰੀਆਂ ਡਰੈਸਾਂ ਤੋਂ ਮਨ ਭਰਿਆ ਤੇ ਨਾਲੇ ਬੋਰ ਹੋ ਗਈ ਜੀਨਾ ਤੋਂ ਤੇਰੇ ਵਾਲੀ ਜੱਟੀ ਨੇ ਅਲੱਗ ਦੇਖਣਾ ਵੇ ਨਾ ਬਾਲੀਆਂ ਸ਼ਕੀਨਾ ਤੋਂ ਵੇ ਜਾਨ ਤੇਰੀ ਤੇਥੋਂ ਬਿਨਾ ਜੱਚਦੀ ਨੀ ਕੱਲੀ ਲਾ ਕੇ ਟੌਂ ਫੋੜ ਜਦੋਂ ਨਾਲ ਤੇਰੇ ਚੱਲੀ ਦੇਖੀ ਵੱਖਰਾ ਹੀ ਆਉਣਾ ਏ ਨਜ਼ਾਰਾ ਗੱਲਾਂ ਨਾਲ ਹੋਣਾ ਨੀ ਗੁਜ਼ਾਰਾ ਲੈ ਦੇ ਮੈਨੂੰ ਸੋਹਣਿਆ ਸ਼ਰਾਰਾ ਲੱਗਦਾ ਏ ਮੈਨੂੰ ਬੜਾ ਪਿਆਰਾ ਲੈ ਦੇ ਮੈਨੂੰ ਸੋਹਣਿਆ ਸ਼ਰਾਰਾ ਆਓ ਛੱਡ ਕੇ ਬੰਦੂਕਾਂ ਹੱਥ ਮੇਰਾ ਫੜ ਲਈ ਵੇ ਓਕੇ ਜਹੀ ਨਾਰ ਜਿੱਥੇ ਚਾਹੇ ਜੜ ਲਈ ਵੇ ਕਿ ਤੇਰੇ ਕੋਲੋਂ ਲੈਣੀ ਮੁੰਦਰੀ ਆਓ ਤੈਨੂੰ ਮੈਂ ਫੜਾਉਣਾ ਜੱਟਾ ਛੱਲਾ ਕਿ ਦਿਲ ਵਾਲੀ ਗੱਲ ਦੱਸਣੀ ਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ ਹਾਂ ਦਿਲ ਵਾਲੀ ਗੱਲ ਦੱਸਣੀ ਓ ਕਿਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ ਓਏ ਦਿਲ ਵਾਲੀ ਗੱਲ ਦੱਸਣੀ ਹੋਣਾ ਨੀ ਪਿਆਰ ਚੱਲੇ ਥਾਂ ਥਾਂ ਤੇ ਵੈਰ ਨੀ ਭਾਲਦੀ ਫੁਰੇਂਗੀ ਜੱਟ ਆਉਣਾ ਤੇਰੇ ਸ਼ਹਿਰ ਨੀ ਓ ਕਿਹੜੇ ਵੇਲੇ ਦੱਸ ਮੁਲਾਕਾਤ ਹੋਣੀ ਜੱਟੀਏ ਛੋਟੇ ਹੁਣ ਦਿਨ ਸਾਡੇ ਰਾਤ ਹੋਣੀ ਜੱਟੀਏ ਕਿ ਤੂੰ ਖਿੱਦੀ ਆ ਅੱਗੇ ਗੱਭਰੂ ਜੇ ਤੂੰ ਅੱਖ ਨਾ ਪਰਿੰਦੇ ਕੁੜੇ ਤਾਰਦੀ ਤੂੰ ਫਿਰਦੀ ਆ ਯਾਰੀ ਲਾਉਣ ਨੂੰ ਮੌਤ ਫਿਰਦੀ ਪੱਟਾਂ ਤੇ ਹੱਥ ਮਾਰਦੀ ਕਿ ਚੱਕ ਲੈਣਾ ਜੱਟ ਗੋਰੀਏ ਜ਼ਿੰਦਗਾਨੀ ਹੈਗੀ ਥੋੜੀ ਤੇਰੇ ਯਾਰ ਦੀ ਤੂੰ ਫਿਰਦੀ ਆ ਯਾਰੀ ਲਾਉਣ ਨੂੰ ਕਰਦੇ ਬਲਾਸਟ ਨੇ ਦਬਦੇ ਨਾ ਬੱਲੀਏ ਸਪੌਟਲਾਈਟ ਵਾਂਗੂ ਨਾਮ ਜਗਦੇ ਆ ਬੱਲੀਏ ਬੰਦੇ ਸਟਰੇਟ ਕੋਈ ਦਿਲ ਵਿੱਚ ਕਹਾਣੀ ਐਵੇਂ ਤਾਂ ਨਹੀਂ ਹੁੰਦੀ ਕਪਤਾਨ ਨੀ ਸ਼ੈਨਰ ਸਟਾਰ ਤੋੜ ਕੇ ਜਨੂਨ ਦੀ ਚੁੰਨੀ ਤੇ ਜੜਵਾ ਦੂੰ ਨੀ ਲਾਈਟ ਵੇਟ ਪਾਣਾ ਵਾਸਤੇ ਦਿਲੋਂ ਹੈਵੀ ਠੰਡ ਰੱਖਦਾ ਤੂੰ ਫਲੋਰੋ ਸੈੱਟ ਸੂਟ ਜੱਟੀਏ ਜਿੰਨੇ ਤੂੰ ਕਹੇਗੀ ਬਣਵਾ ਦੂੰ ਨੀ ਲਾਈਟ ਵੇਟ ਪਾਣਾ ਵਾਸਤੇ ਉਹ ਚੈਕਿੰਗ ਕਰਾ ਲਈ ਜੇ ਕੋਈ ਲੱਗਦਾ ਸ਼ੱਕ ਨਹੀਂ ਛੱਡ ਕੇ ਸਟੈਂਡ ਥਾਂ ਕੀਤਾ ਟਾਈ ਆਪਣੀ ਉਹ ਚੱਕਣੀ ਨਾ ਪਾੜ ਸਿੱਟਦੀਆਂ ਨਾ ਕਰੋ ਮੈਗਨੇਟ ਵਾਂਗੂ ਦਿਲ ਖਿੱਚਦੀਆਂ ਨਾ ਕਰੋ ਉਹ ਗੂਠੇ ਗਾਠੇ ਛੱਡ ਗੋਰੀਏ ਮੈਂ ਕਿਹਾ ਜਿੱਥੇ ਤੂੰ ਕਹੇਗੀ ਪੰਜਾ ਲਾ ਦੂੰ ਰਹਿਣ ਦੇ ਜੱਟਾ ਗੁੱਸਾ ਨਾ ਖਾ ਤੈਨੂੰ ਹੌਲੀ ਹੌਲੀ ਨੱਚਦੀ ਵੇਖ ਕੇ ਨੱਚਣੇ ਦਾ ਜੀ ਕਰਦਾ ਨੱਚਣੇ ਦਾ ਜੀ ਕਰਦਾ ਨੱਚਣੇ ਦਾ ਜੀ ਕਰਦਾ ਨੱਚਣੇ ਦਾ ਜੀ ਕਰਦਾ ਤੈਨੂੰ ਹੌਲੀ ਹੌਲੀ ਨੱਚਦੀ ਵੇਖ ਕੇ ਨੱਚਣੇ ਦਾ ਜੀ ਕਰਦਾ ਨੱਚਣੇ ਦਾ ਜੀ ਕਰਦਾ ਏਮ ਵੇ ਲੰਦੇ ਫਿਰਦੇ ਤੇਰੇ ਤੇ ਗੇਮ ਵੇ ਖੋਰੇ ਕਿਨੂੰ ਚਾੜੂਗੀ ਪਿਆਉਂਦੀ ਜੱਟਾ ਵੇ ਭਾਈ ਰੇਡੀਓ ਤੇ ਸੱਲੀ ਜਿੱਡੇ ਰੌਂਦੀ ਜੱਟਾ ਸੁਰਤ ਟਕਾਲੇ ਆ ਜਾਣੀ ਜਦ ਧੋਤੇ ਮੂੰਹ ਤੇ ਥੱਪੜ ਪਏ ਤੇਰਾ ਯਾਰ ਡਫਲਟਰ ਤਾਂ ਹੋਇਆ ਕੁਝ ਬੰਦੇ ਡਫਲਟਰ ਟੱਕਰ ਗਏ ਯਾਰ ਡਫਲਟਰ ਤਾਂ ਹੋਇਆ ਨੀ ਕੁਝ ਬੰਦੇ ਡਫਲਟਰ ਟੱਕਰ ਗਏ ਸਾਈਡ ਖੁੱਲੀ ਬਲੈਕ ਕਲੀ ਦੇ ਉੱਤੇ ਮਿੱਤਰਾਂ ਦਾ ਆਇਆ ਤੇ ਨਹੀਂ ਆਤਾ ਕੰਮ ਬਿਲਕੁਲ ਰਾਈਟ ਕਰਤਾ ਉਹ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬਰਾਈਟ ਕਰਤਾ ਉਹ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਮਿੱਤਰਾਂ ਦਾ ਫਿਊਚਰ ਬਰਾਈਟ ਕਰਤਾ ਓਏ ਹੋਏ ਦੋਰੀਆਂ ਗੱਲਾਂ ਦੇ ਵਿੱਚ ਟੋਏ ਬੱਲੀਏ ਦਿਲ ਕਰੇ ਦੇਖੀ ਓਏ ਹੋਏ ਬੱਲੀਏ ਦੋਰੀਆਂ ਗੱਲਾਂ ਦੇ ਵਿੱਚ ਟੋਏ ਬੱਲੀਏ ਦਿਲ ਕਰੇ ਦੇਖੀ ਓਏ ਹੋਏ ਬੱਲੀਏ ਨੀ ਤੂੰ
ਜੱਚਦੀ ਏ ਵਾਲੀ ਲਾ ਕੇ ਐਨਕ ਦੀ ਕਾਲੀ ਬਿੱਲੋ ਦਿਨ ਦਾ ਮਾਹੌਲ ਜਮਾ ਨਾਈਟ ਕਰਤਾ ਹੋ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਤੇਰਾ ਦਾ ਫਿਊਚਰ ਬਰਾਈਟ ਕਰਤਾ ਹੋ ਤੈਨੂੰ ਇੰਨੀ ਸੋਹਣੀ ਰੱਬ ਨੇ ਬਣਾ ਕੇ ਬੱਲੀਏ ਤੇਰਾ ਦਾ ਫਿਊਚਰ ਬਰਾਈਟ ਕਰਤਾ ਓਏ ਹੋਏ ਜੇ ਤੂੰ ਮੇਰੇ ਉੱਤੇ ਹਾਏ ਇੰਨਾ ਮਰਦਾ ਬਗਾਨੀਆਂ ਦੀ ਫੋਟੋਆਂ ਕਿ ਲਾਈਕ ਕਰਦਾ 100 ਵਾਰੀ ਸੋਚਦੀ ਮੈਂ ਹਰ ਗੱਲ ਦੇ ਲਾਂਬਾ ਹੈ ਨਾ ਅਜੇ ਤੈਨੂੰ ਕੋਈ ਗੱਲ ਦੇ ਜੇ ਮੈਂ ਗੁੜ ਨਾਲੋਂ ਮਿੱਠੀ ਰਹਿੰਦੀਆਂ ਕਰਾਰੇ ਤੜਕੇ ਵੀ ਮੈਂ ਲਾ ਦੂੰ ਬਸ ਕਰ ਬਸ ਕਰ ਬਸ ਕਰ ਦੇ ਐਗਾ ਨਹੀਂ ਉਹ ਪੂਰਾ ਜਿੰਨਾ ਬਣਦਾ ਏ ਤੂੰ ਬਸ ਕਰ ਬਸ ਕਰ ਬਸ ਕਰ ਦੇ ਇੰਨਾ ਨਹੀਂ ਉਹ ਪੂਰਾ ਜਿੰਨਾ ਬਣਦਾ ਏ ਤੂੰ ਤੇ ਬੰਦੂਕ ਦੋਨੇ ਤਾਂ ਕਰਕੇ ਇੱਕ ਠੋਕ ਠੋਕ ਮਸਲੇ ਨਵੇੜੇ ਵੇ ਆਪ ਤਾਂ ਤੂੰ ਸੋਹਣਿਆ ਵੇ ਯਾਰਾਂ ਨਾਲ ਰਹਿਣਾ ਜੱਟੀ ਬੁਣ ਬੁਣ ਕੋਟੀਆਂ ਨੂੰ ਦੇੜੇ ਵੇ ਆਓ ਅੱਖ ਤੇ ਬੰਦੂਕ ਦੋਨੇ ਤਾਂ ਕਰਕੇ ਇੱਕ ਠੋਕ ਠੋਕ ਮਸਲੇ ਨਵੇੜੇ ਵੇ ਆਪ ਤਾਂ ਤੂੰ ਸੋਹਣਿਆ ਵੇ ਯਾਰਾਂ ਨਾਲ ਰਹਿਣਾ ਜੱਟੀ ਬੁਣ ਬੁਣ ਕੋਟੀਆਂ ਨੂੰ ਦੇੜੇ ਵੇ ਯਾਰਾਂ ਨਾਲ ਨਹੀਂ ਟੌਕ ਵੱਜਦਾ ਕਿੱਥੇ ਰਹਿੰਦਾ ਪੁੱਛਦੀਆਂ ਚਾਦਰਾਂ ਮਿੱਟੀ ਦੇ ਪਾਉਂਦਾ ਰਹਿੰਦਾ ਰਿੰਮ ਵੇ ਮੇਰੇ ਵੀ ਪਵਾ ਦੇ ਕਦੇ ਚਾਦਰਾਂ ਗੱਡੀ ਦੇ ਪਾਉਂਦਾ ਰਹਿੰਦਾ ਰਿੰਮ ਵੇ ਪਵਾ ਦੇ ਕਦੇ ਚਾਦਰਾ ਸੁੱਤਾ ਉੱਤੇ ਵਰਕ ਕਰਾ ਦੂੰ ਜੱਟੀਏ ਤੜਕੇ ਨੂੰ ਬੈਂਟਲੇ ਦਵਾ ਦੂੰ ਜੱਟੀਏ ਗੱਭਰੂ ਨੇ ਸਾਗਰੀ 42 ਮੋੜ ਤੇ ਗੱਭਰੂ ਨੇ ਸਾਗਰੀ 42 ਮੋੜ ਤੇ ਸੋ ਤੇਰੀ ਤੂੰ ਹੀ ਪਸੰਦ ਜੀ ਕਰੀ ਦੱਸਦੀ ਡਿਮਾਂਡਾ ਪੂਰਾ ਸੰਗ ਨਾ ਕਰੀ ਉਹਨਾਂ ਖਰੇਬ ਖਾ ਕੇ ਜੱਟ ਤੰਗ ਨਾ ਕਰੀ ਦੱਸਦੀ ਡਿਮਾਂਡਾ ਪੂਰਾ ਸੰਗ ਨਾ ਕਰੀ ਉਹਨਾਂ ਖਰੇਬ ਖਾ ਕੇ ਜੱਟ ਤੰਗ ਨਾ ਕਰੀ ਦੱਸਦੀ ਡਿਮਾਂਡਾ ਪੂਰਾ ਸੰਗ ਨਾ ਕਰੀ ਖਰੇਬ ਖਾ ਕੇ ਜੱਟ ਤੰਗ ਨਾ ਕਰੀ ਗੱਡੀ ਰੈਡੀ ਮੈਰਿਜ ਤੇ ਫੁੱਲ ਲਾਉਣ ਨੂੰ ਜੱਟ ਰੈਡੀ ਨਖਰੇ ਦਾ ਮੁੱਲ ਪਾਉਣ ਨੂੰ ਜੱਟ ਰੈਡੀ ਨਖਰੇ ਦਾ ਮੁੱਲ ਹੋ ਡੱਕਾ ਡੱਕਾ ਛੋੜ ਤਲਵਾਰ ਬਣ ਗਈ ਹੋ ਬੱਲੋ ਤੇਰੇ ਕਚਲੇ ਦੀ ਧਾਰ ਬਣ ਗਈ ਹੋ ਡੱਕਾ ਡੱਕਾ ਛੋੜ ਤਲਵਾਰ ਬਣ ਗਈ ਬੱਲੋ ਤੇਰੇ ਕਚਲੇ ਦੀ ਧਾਰ ਬਣ ਗਈ ਚੁੰਨੀ ਜੱਟ ਦੇ ਖੰਭਾਂ ਉੱਤੋਂ ਢਾਲ ਬਣ ਗਈ ਨੀ ਰੱਖੇ ਤੁਹਾਡੇ ਰੰਗਾ ਚ ਰੰਗਾ ਕੇ ਜਿਹੜੀ ਜੱਟ ਤੇ ਜਵਾਨੀ ਜਿਵੇਂ ਸੂਰਜ ਤੇ ਲਾਲੀ ਰੱਖੇ ਕੋਲ ਤੇ ਚਾਦਰ ਪਾ ਕੇ ਹੋ ਜਿਹੜੀ ਜੱਟ ਤੇ ਜਵਾਨੀ ਜਿਵੇਂ ਸੂਰਜ ਤੇ ਲਾਲੀ ਰੱਖੇ ਕੋਲ ਤੇ ਚਾਦਰ ਪਾ ਕੇ ਟਾਈਮ ਲੱਗਦਾ ਨਹੀਂ ਜਦੋਂ ਜੱਟ ਰੈਡੀ ਹੁੰਦਾ ਥੋੜਾ ਟਾਈਮ ਲੱਗਦਾ ਰੋਬਰੀ ਤੇ ਜਿੰਨੀ ਅੱਖ ਵਿੱਚੋਂ ਮਾਰੇ ਲੱਲੇ ਤਾਰੇ ਟੌਰ ਮਿੱਤਰਾਂ ਦੀ ਵੇਖ ਸੱਜਦੀ ਆ ਚੰਗਿਆੜੇ ਰੋਬਰੀ ਤੇ ਜਿੰਨੀ ਅੱਖ ਵਿੱਚੋਂ ਮਾਰੇ ਲੱਲੇ ਤਾਰੇ ਟੌਰ ਮਿੱਤਰਾਂ ਦੀ ਵੇਖ ਸੱਜਦੀ ਆ ਚੰਗਿਆੜੇ ਮੇਰਾ ਪੇਚਾਂ ਵਾਲੀ ਬਾਜ ਦੀ ਕੋਈ ਲੋੜ ਨਾ ਨੀ ਲੜ ਮੂਰਲਾ ਸਵਾਰ ਲੈਣ ਦੇ ਹਰ ਚਾਰ ਕਾਨੇ ਤੇਰੇ ਸ਼ੌਂਕੀ ਜੱਟ ਨੂੰ ਨੀ ਹੱਥ ਮੁੱਛਾਂ ਦੇ ਦਾ ਮਾਰ ਲੈਣ ਦੇ ਹਰ ਚਾਰ ਕਾਨੇ ਤੇਰੇ ਸ਼ੌਂਕੀ ਜੱਟ ਨੂੰ ਨੀ ਹੱਥ ਮੁੱਛਾਂ ਦੇ ਦਾ ਮਾਰ ਲੈਣ ਦੇ ਤੂੰ ਤਾਂ ਇੱਡਾ ਵੀਰ ਕਾਨੇ ਮੁੰਡਾ ਟਾਈਮ ਲੱਗਦਾ ਨਹੀਂ ਜਦੋਂ ਜੱਟ ਰੈਡੀ ਹੁੰਦਾ ਥੋੜਾ ਟਾਈਮ ਲੱਗਦਾ ਸੋਣੀਏ ਨੀ ਲੱਗੇ ਕਿਸੇ ਪਰੀ ਦਾ ਸਰੂਪ ਸੋਣੀਏ ਦੇਖਾਂਗੇ ਹੁਸਨ ਕੀ ਕਾਰੇ ਕਰੂਗਾ ਪਹਿਲੇ ਤੋੜਦੀ ਸ਼ਰਾਬ ਵਾਂਗੂ ਨਿਕਲੀ ਦਾ ਜੇ ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ ਜੇ ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ ਨਾਕ ਮੁੰਡਿਆਂ ਦੀ ਚੱਲੇ ਤੇਰਾ ਰੂਪ ਨੀ ਤੂੰ ਨਰਮ ਜਾ ਰੱਖਦੀ ਸਲੂਕ ਨੀ ਮੁੰਡਿਆਂ ਦੀ ਚੱਲੇ ਤੇਰਾ ਰੂਪ ਨੀ ਤੂੰ ਨਰਮ ਜਾ ਰੱਖਦੀ ਸਲੂਕ ਨੀ ਛੂਟਾ ਵਾਲੀ ਕੁੜੀ ਐ ਤੂੰ ਇੰਡੀ ਕਰਦੀ ਨੀ ਤੇਰੇ ਮਾਡਰਨ ਮਨਾਜ਼ਿਆਂ ਨੇ ਖਾਲਿਆ ਨਖਰਾ ਤਾਂ ਬਿੱਲੋ ਤੇਰਾ ਕੱਲੀ ਪੀ ਕਿਤੇ ਨੀ ਮੁੰਡੇ ਪੱਟੇ ਦੇ ਪਲਾਜ਼ੋ ਜ਼ਿਆਦਾ ਭਾਲਿਆ ਨਖਰਾ ਤਾਂ ਬਿੱਲੋ ਤੇਰਾ ਕੱਲੀ ਪੀ ਕਿਤੇ ਨੀ ਮੁੰਡੇ ਪੱਟੇ ਦੇ ਪਲਾਜ਼ੋ ਜ਼ਿਆਦਾ ਭਾਲਿਆ ਤੇਰੇ ਪਿੱਛੇ ਨਿੱਤੀ ਆਵਾਂ ਰਾਤ ਜਾਗ ਕੇ ਲੰਘਾਵਾਂ ਨੀ ਤੂੰ ਨੀਂਦਰਾਂ ਹੰਡਾਵੇ ਤੇ ਮੈਂ ਰਿਸਕ ਹੰਡਾਵਾਂ
ਤਾਰਿਆਂ ਦੇ ਚਾਨਣੇ ਕਾਤੋਂ ਕਰੇ ਹੇਰਾ ਫੇਰੀ ਹਾਨਣੇ ਜਾਵੇਂ ਦੇਖ ਕੇ ਬਨੇਰਿਆਂ ਤੋਂ ਖਿਸਕਦੀ ਰਾਤ ਦੀ ਜਿਹੜੀ ਗੱਲ ਰਿਸਕ ਦੀ ਤਾਂਗ ਛਿੜਿਆ ਤੇਰੇ ਇਸ਼ਕ ਦੀ ਰਾਤ ਦੀ ਜਿਹੜੀ ਗੱਲ ਰਿਸਕ ਦੀ ਤਾਂਗ ਛਿੜਿਆ ਤੇਰੇ ਇਸ਼ਕ ਦੀ ਪਿਆਰ ਤੇਰਾ ਮੁਟਿਆਰੇ ਤੇ ਲੋਕਾਂ ਟੱਕੂ ਐ ਸ਼ਿੰਗਾਰੇ ਨੀ ਕਿਸਾ ਵਿਗੜੇ ਮਾਹੌਲ ਦਾ ਰਣਵੀਰ ਹੋ ਜੂ ਨਾਰੇ ਸ਼ਰਾਬ ਜੋ ਨਾ ਕਰਦੀ ਖਰਾਬ ਤੈਨੂੰ ਬਾਹਰਲੀ ਦੀ ਲੋੜ ਕਦੋਂ ਰਹਿੰਦੀ ਐ ਲੱਗੇ ਪੂਰਾ ਬੰਬ ਮੁੰਡਾ ਮੈਨੂੰ ਵੀ ਪਸੰਦ ਕੱਲੀ ਕੱਲੀ ਵੇ ਫਰੈਂਡ ਮੇਰੀ ਕਹਿੰਦੀ ਐ ਹਾਏ ਇਸੇ ਗੱਲੋਂ ਡਰਦੀਆਂ ਬਾਲਾ ਤੇਰਾ ਕਰਦੀਆਂ ਕੌਣ ਸਮਝਾਵੇ ਸ਼ਿਵ ਜੋਤ ਨੂੰ ਪਹਿਲਾ ਨੰਬਰ ਆ ਤੇਰਾ ਦੂਜਾ ਵੈਰ ਪੁਣਾ ਮੇਰਾ ਆਲ ਰੱਖ ਲੈ ਗਿਫਟ ਮੇਰੇ ਗੋਤ ਨੂੰ ਨਾਗਣੀ ਦੇ ਵਾਂਗੂ ਤੈਨੂੰ ਸੋਹਣੀਏ ਰੱਖੂ ਚਾਂਦੀ ਦੀ ਪਟਾਰੀ ਵਿੱਚ ਪਾ ਕੇ ਕੱਚ ਦੀ ਗਲਾਸੀ ਵਾਂਗੂ ਸੋਹਣਿਆ ਵੇ ਰੱਖਦਾ ਏ ਵੈਰੀ ਖੜਕਾ ਕੇ ਮੱਕਰਾਂ ਦੀ ਗਲੀ ਵਿੱਚੋਂ ਸੋਹਣੀਏ ਤੂੰ ਲੰਘਦੀ ਪੰਜੇਬਾਂ ਛੜਕਾ ਕੇ ਤੂੰ ਵੇਲਿਆਂ ਦੇ ਖੰਭੇ ਰੱਖ ਗਈ ਹਿਲਾ ਕੇ ਸਾਨੂੰ ਕਬਜੇ ਦਿਲਾਂ ਦੇ ਮਹਿੰਗੇ ਪੈ ਗਏ ਪਤਲੇ ਗੱਭਰੂ ਤੂੰ ਨਜ਼ਰਾਂ ਮਿਲਾ ਕੇ ਸਾਡੇ ਡੱਬਾ ਨਾਲ ਲੱਗੇ ਬਿਲੋ ਰਹਿ ਗਏ ਬੋਚ ਬੋਚ ਰੱਖਦੀ ਸੀ ਹੌਲੀ ਪੱਬ ਚੱਕਦੀ ਸੀ ਤਾਂ ਵੀ ਮੈਥੋਂ ਛਣ ਛਣ ਹੋ ਗਈ ਬੱਲੇ ਛੜਦੀ ਨਾ ਕੱਖ ਤੇਰੀ ਮੋਟੀ ਮੋਟੀ ਅੱਖ ਤੇਰੀ ਪੈਂਦੀ ਸੱਟੇ ਮਿੱਤਰਾਂ ਨੂੰ ਮੋ ਗਈ ਅੱਖੀਆਂ ਰੜਕਦੀਆਂ ਸੋਹਣਿਆ ਵੇ ਤੂੰ ਰੱਖਦਾ ਏ ਨਿੰਦਰਾ ਉਡਾ ਕੇ ਮਿੱਤਰਾਂ ਦੀ ਗਲੀ ਵਿੱਚੋਂ ਸੋਹਣੀਏ ਤੂੰ ਲੰਘਦੀ ਪੰਜੇਬਾਂ ਛੜਕਾ ਕੇ ਕੱਚ ਦੀ ਗਲਾਸੀ ਵਾਂਗੂ ਸੋਹਣਿਆ ਵੇ ਰੱਖਦਾ ਏ ਵੈਰੀ ਖੜਕਾ ਕੇ ਓ ਰਾਜਾ ਸੀ ਦਿਲ ਮੇਰਾ ਗਿਆ ਪੱਟਿਆ ਤੇਰੀਆਂ ਯਾਦਾਂ ਹੱਥੋਂ ਗਿਆ ਲੁੱਟਿਆ ਦੱਸੇ ਬਿਨਾ ਮੈਨੂੰ ਹੀ ਫਰਾਰ ਹੋ ਗਿਆ ਸ਼ਿਵ ਜੋਤ ਨੂੰ ਵੀ ਤੇਰੇ ਨਾਲ ਪਿਆਰ ਹੋ ਗਿਆ ਤੇਰੇ ਸੂਟ ਸੂਹੇ ਸੂਹੇ ਰੰਗ ਤੇ ਜਾਂਦਾ ਨਹੀਂ ਸੱਚੀ ਨਾ ਖਰਾਜਾ ਚੱਲਿਆ ਪੈਂਦੇ ਨੇ ਭਲੇਖੇ ਦੂਰੋਂ ਵੇਖ ਵੇਖ ਕੇ ਕੋਈ ਨੂਰ ਜਿਵੇਂ ਗੋਲਡ ਚ ਚੜਿਆ ਅੱਥਰੇ ਹੁਸਨਦਾਰ ਬਾਬੇ ਅੱਥਰੇ ਹੁਸਨਦਾਰ ਬਾਬੇ ਅੱਥਰਾ ਜਿਵੇਂ ਪੌਦੇ ਮਹੀਨੇ ਚ ਸਨੋਵਰ ਦੀ ਉੱਚੀ ਨਾਲ ਚਾਂਦੀ ਦੀਆਂ ਖੇਡ ਚਾਂਦਰਾ ਦੋਰਿਆ ਪੈਰਾਂ ਨੂੰ ਬੋਚ ਬੋਚ ਰੱਖਦੀ ਉੱਚੀ ਨਾਲ ਚਾਂਦੀ ਦੀਆਂ ਖੇਡ ਚਾਂਦਰਾ ਦੋਰਿਆ ਪੈਰਾਂ ਨੂੰ ਬੋਚ ਬੋਚ ਰੱਖਦੀ ਦੇਖਦਾ ਹੁਸਨ ਸੂਹੇ ਫੁੱਲਾਂ ਵਰਗਾ ਵੇਖ ਵੇਖ ਰੱਜਦਾ ਨਾ ਜੀ ਗੋਈਏ ਵੱਡਿਆਂ ਘਰਾਂ ਦੀ ਹੋਣੀ ਸਰਦਾ ਸ਼ੌਕਣ ਜੀ ਮਾਂ ਦੀ ਲੱਗੇ ਧੀ ਗੋਈਏ ਕਰਨਾ ਦੇਵੇ ਕੋਈ ਵਾਕਾ ਰਿਸ਼ਤੇਦਾਰਾਂ ਦੇ ਫੋਨ ਖੜਕ ਕੇ ਕੰਬਲ ਗਿਆ ਕਹਿੰਦੇ ਕਾਕਾ ਜੀ ਛੇਤੀ ਪਿੰਡ ਬੁਲਾ ਲੋ ਇਹਨੂੰ ਕਰਨਾ ਦੇਵੇ ਕੋਈ ਵਾਕਾ ਜੀ ਸਾਡਾ ਰੁੱਸ ਗਿਆ ਚਾਚਾ ਅਮਰੀਕਨੀ ਨਾਲੇ ਗੁੱਸੇ ਮੇਰਾ ਮਾਮਾ ਭਰਪੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕਨੀ ਇੰਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਸਾਡੀ ਇਕੱਠਿਆਂ ਦੀ ਫੋਟੋ ਹੋ ਗਈ ਲੀਕਨੀ ਇੰਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਨਹੀਂ ਇੰਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਇੰਨੇ ਵਿੱਚ ਮੁੰਡਾ ਮਸ਼ਹੂਰ ਹੋ ਗਿਆ ਗੀਤਾ ਕਰਕੇ ਬੈਂਸ ਨਹੀਂ ਫੋਟੋ ਕਰਕੇ ਹੋ ਗਈ ਆ ਮੈਨੂੰ ਵੀ ਲੋਕੀ ਜਾਣਨ ਲੱਗ ਗਏ ਤੈਨੂੰ ਵੀ ਕਹਿੰਦੇ ਹੋ ਗਈ ਆ ਤੈਨੂੰ ਵੀ ਕਹਿੰਦੇ ਓ ਰਹਿਦੀ ਦੁਨੀਆ ਤੇ ਨਾਮ ਰਹੂਗਾ ਮੂਸੇ ਵਾਲਾ ਕਹਿੰਦਾ ਜੱਟੀਏ ਉਹਨੂੰ ਦਿੰਦੇ ਆ ਡਰਾਵੇ ਕੋਈ ਦੇ ਜੋ ਜਾ ਕੇ ਸਿਵਿਆਂ ਚ ਪੈਂਦਾ ਜੱਟੀਏ ਉਹ ਕੱਲੀ ਮਿੱਠੀਏ ਖੁਦਾਰੀ ਮਿਲੂਗੀ ਉਹ ਲਹੂ ਜੱਟ ਦਾ ਜਦੋਂ ਵੀ ਪੁਰਿਆ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਮੂਲ ਦੇ ਵਿਆਜ ਜੱਟ ਇਕੱਠੇ ਦਰਦਾ ਭਾਵੇਂ ਯਾਰੀ ਹੋਵੇ ਭਾਵੇਂ ਹੋਵੇ ਵੈਰ ਨਹੀਂ ਡੀਸੀ ਦੇ ਬਰੰਟ ਨੱਬ ਧੋਥੜ ਦੇ ਬੋਲ 3-15 ਦੇ ਹੁੰਦੇ ਜਿਵੇਂ ਫੈਰ ਨਹੀਂ ਮੂਲ ਦੇ ਵਿਆਜ ਜੱਟ ਇਕੱਠੇ ਦਰਦਾ ਭਾਵੇਂ ਯਾਰੀ ਹੋਵੇ ਭਾਵੇਂ ਹੋਵੇ ਵੈਰ ਨਹੀਂ ਡੀਸੀ ਦੇ ਬਰੰਟ ਨੱਬ ਧੋਥੜ ਦੇ ਬੋਲ 3-15 ਦੇ ਹੁੰਦੇ ਜਿਵੇਂ ਫੈਰ ਨਹੀਂ ਮੂਸੇ ਵਾਲਾ ਜੱਟ ਨਹੀਂ ਉਹ ਮਿਟਣਾ ਪੰਜਾਂ ਟੈਟੂਆਂ ਨਾਲ ਬਾਹਾਂ ਖੁਣੀਆਂ ਤੇਰੇ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ले नस के किसे बतिया बतारू हंस हंस के मन कर तारी कट ले नस के
अब तुहरा सिवा दूसरा के ना चाहनी हो, तू हमारा के चाहेलू, ई सोच के बड़ी खुश रहनी हो। अब सोचने वाली बात ये थी कि ये आदमी कौन था। दोस्तों, ये डेविड था जो फिल्म की स्टार्टिंग में दिखा था। ये यहाँ पर एलिजाबेथ के साथ आया था। डेविड इन सभी को एलियन के बारे में सब कुछ बता देता है। डेविड ने यहाँ पर कई चीजों पर एक्सपेरिमेंट भी किए होते हैं। वो बहुत ही स्वार्थी हो चुका था। हमें यहाँ पर पता चलता है कि वो जब यहाँ पर आया था तो यहाँ पर कई सारे लोग रहते थे, लेकिन डेविड ने उन सभी को मार दिया था, यानी कि मौत की नींद सुला दिया था, क्योंकि डेविड ने उन सभी पर एक्सपेरिमेंट किए थे। तो ये बातें दूसरे रोबोट को बता रहा हूँ। दोस्तों, ये डेविड था जो फिल्म की स्टार्टिंग में दिखा था। ये यहाँ पर एलिजाबेथ के साथ आया था। डेविड इन सभी को एलियन के बारे में सब कुछ बता देता है। डेविड ने यहाँ पर कई चीजों पर एक्सपेरिमेंट भी किए होते हैं। वो बहुत ही स्वार्थी हो चुका था। हमें यहाँ पर पता चलता है कि वो जब यहाँ पर आया था तो यहाँ पर कई सारे लोग रहते थे, लेकिन डेविड ने उन सभी को मार दिया था, यानी कि मौत की नींद सुला दिया था, क्योंकि डेविड ने उन सभी पर एक्सपेरिमेंट किए थे। वो ये बातें दूसरे रोबोट को बता रहा होता है। वो कहता है कि तुम ये बातें किसी और को नहीं बताओगे, क्योंकि तुम भी मेरी तरह। उन्हें हमला कर दिया होता है और देखते ही देखते वो सब ही उसे अपना भोजन बना लेते हैं और मेलिनी और साथी भी वहां पहुंचते हैं, लेकिन वो भी उन हाइब्रिड बच्चों के प्लान का एक हिस्सा होता है। वो बच्चे अब उन्हें भी घेर लेते हैं। इसके बाद मेलिनी और उनके बीच एक फाइट होती है, जिसके बाद वो बच्चे वहां से भाग जाते हैं। अब ये सभी लैब पहुंच जाते हैं। वहां मौजूद कैलरिन अब लैब में एक गैस फैला देती है, जिसकी वजह से कैलरिन को छोड़ सभी बेहोश हो जाते हैं। इसके बाद डॉक्टर मेलिनी को घसीट कर ऑपरेशन के लिए ले जाती है। अब ये सच सामने आता है कि डॉक्टर कैलरिन को एक ब्लड इन्फेक्शन, लेकिन इनमें से कोई भी उसकी बातों पर विश्वास नहीं करता। अब सिवाज एलेक्स को उसकी कैंपिंग वाली जगह पर ले चलने को कहता है। इसके बाद एलेक्स इनके साथ आगे बढ़ने लगती है। रास्ते में इनको एक पलटी हुई बस मिलती है। नेट जब उस बस को चेक करता है तो उसमें एक गन और एक चाबी मिलती है। मिली हुई गन को नेट अपने पास छुपा लेता है, जिसे वो वोल्टर को दे देता है। गाड़ी को खोलने पर इनको उसमें ढेर सारा पैसा मिलता है। सिवाज सबको दो दो भाग लेकर आगे चलने को कहता है, लेकिन वोल्टर जख्मी था, इसलिए वो बैग ढोने से इनकार कर देता है। सिवाज के फोर्स करने पर वोल्टर उस पर नेट की दी हुई गन के साथ हमला करने की कोशिश करता है, लेकिन उसमें गोली नहीं होती। सिवाज को इससे बहुत गुस्सा आता है और वहाँ जितने भी पिग आते हैं वो इन्फेक्टेड होते हैं, जो किसी को भी नुकसान पहुंचा सकते हैं, इसलिए वो उन्हें मार देती है। अब ये लोग मैकेनिक की तलाश में उस औरत के साथ उसके घर पहुंचते हैं। अब बातों ही बातों में हेनरी का जिक्र होता है, जो वो उनसे हेनरी के लुक के बारे में पूछती है और एक फोटो भी दिखाती है। वो कहती है कि हेनरी उसका कजिन है। ये सुनते ही दोनों काफी घबरा जाते हैं और वहां से जाने का फैसला करते हैं। अब सीन शिफ्ट होता है और दिखाया जाता है कि कैबिन के पास एक लेडी इंस्पेक्टर आती है, जिसका नाम विंगस्टन होता है। उसे पोल बताता है कि उन पर एक इन्फेक्टेड इंसान ने अटैक कर दिया था। वो अब रिपोर्ट लिखती है, लेकिन उस वक्त उस इंस्पेक्टर का बिहेव थोड़ा अजदर्द होता है। वो जब जूते निकालता है तो वो हैरान रह जाता है। वो देखता है कि उसका पैर एक भेड़ की तरह हो गया है। अब उन्हें कई भेड़ अपनी ओर आते हुए नजर आते हैं। ये देखते ही वो भागने लगते हैं। भागते भागते एक लैब में चले जाते हैं, जहां भेड़ों पर एक्सपेरिमेंट किया गया था। वहां उन्हें बिना खाल की एक भेड़ नजर आती है, जिस पर एक्सपेरिमेंट किया जा रहा था। इसी बीच एक साइंटिस्ट वहां आ जाती है। वो उनसे पूछती है कि आप लोग यहाँ क्या कर रहे हो, और काफी गुस्सा करने लगती है और एंगर भी वहीं होता है। हेनरी उससे इसके बारे में पूछता है तो वो कहता है कि मैंने इसके मूवी के बजट के बारे में कुछ गोलमाल है। इसी बीच हमें एक और पास्ट का सीन दिखाया जाता है, जहां पर हम देख पाते हैं कि अनामिका अपनी लाइफ अपनी मर्जी से नहीं बल्कि अपनी मां की मर्जी से जी रही है, और उसे ये पता चलता है कि उसके पति और उसकी मां ने बैंक अकाउंट के सारे पैसे निकाल लिए हैं। ये बात जानकर वो अपने प्रेमी के पास चली जाती है और उससे कहती है कि आई एम विद यू, यानी कि मैं तुम्हारे साथ हूँ, और फिर आगे कहती है कि मैं तुम्हारे साथ लंदन जाने के लिए तैयार हूँ। जिसके बाद अनामिका अपने घर पर आती है तो हम देख पाते हैं कि उसका पति कोई कांटेक्ट नहीं हो पाता है। अब डिलन यही सोच रहा था कि ये सब थ्रेडियस की गेम है, क्योंकि सारे हॉर्समैन्स ने मिलकर उसको अरेस्ट कराया था, और थ्रेडियस कहता है कि ये सब मैंने नहीं कराया है, लेकिन मैं ये जानता हूँ कि ये सब कैसे हुआ है और इस टाइम पे हॉर्समैन्स कहाँ पर है, और मैं तुम्हें उनके पास लेकर जा सकता हूँ, लेकिन ये तभी पॉसिबल होगा जब मैं जेल से बाहर आऊँ।
उधर हम चारों हॉर्समैन्स को एक मैजिक शॉप में देखते हैं और यहाँ पर डैनियल आई कम्युनिटी को कांटेक्ट करता है, क्योंकि वोल्टर की बात मानने का भी उनका एक रीजन था कि वो उस चिप को चुरा कर आई को दे देंगे, और इसलिए डैनियल अब आई को कांटेक्ट करता है और अब वो बहुत ज्यादा अलर्ट सिक्योरिटी से लड़ूंगा। एजेंट टीनेजर लड़ाई शुरू कर देता है, लेकिन फाइनली एनेबिस उसको पकड़ लेती है, तो एनेबिस सबके सामने लाइव आके उस बच्चे को मार देती है। उसके बाद रेड टेल्वन कहता है कि मैं उसे छोड़ूंगा नहीं, तो वो उसके पास उसके अड्डे पर जाता है और वहां जाकर उसे मारने की कोशिश करता है, लेकिन रेड टेल्वन भी मारा जाता है। जब प्रेसिडेंट को इस बात का पता चलता है तो वो परेशान हो जाता है कि ऐसे कैसे हो सकता है, रेड टेल्वन कैसे मर सकता है। राइट हुक ने एक और बच्चे को ट्रेनिंग दी थी जिसका नाम है लिटिल विंगर्स। वो भी मार्वलस मैन जैसा होता है और उसे बेचता है एनेबिस के अड्डे पर। वहां जाकर वो तबाही मचा देता है और सबको मार देता है। नाइट हुक कोर्टेक्स से कहता नजर आता है जिसके पास कई भेड़ें होती हैं। उसे अचानक भेड़ों की आवाज आने लगती है जो बेहद डरी हुई मालूम होती हैं। इस बीच कोई चीज जमीन के अंदर से ही फ्रेड को नीचे की ओर खींचने लगती है। इसके बाद सभी भेड़ भी मारी जाती हैं। अब वहां मैकी और अर्ल आते हैं। वो इस भयानक नज़ारे को देखकर बेहद घबरा जाते हैं। वो लोग फ्रेड को ढूंढने लगते हैं, फिर उन्हें जमीन पर उसकी कैप दिखाई देने लगती है। वो उसको उठाते ही वहां से 4 कदम की दूरी पर हट जाते हैं। दरअसल हैट के नीचे फ्रेड का कटा हुआ सिर होता है। ये देखने के बाद दोनों वहां से भाग खड़े ऑफ करने के लिए बोलता है, जिसके बाद सभी लाइट्स को बुझा दिया जाता है। अब उसकी बॉडी का चेकअप होता है तो पता चलता है कि वो बिल्कुल नॉर्मल इंसान की तरह ही काम कर रहा है। इसी तरह 3 दिन गुजर जाते हैं। अब उसे वापस विजिबल होने के लिए एंटीडोज को इंजेक्ट किया जाना होता है। इंजेक्ट करने के बाद उसके शरीर में तेज दर्द होने लगता है। इसके साथ ही वो विजिबल भी नहीं हो पाता है। उसे अब ऐसा लगता है कि वो मरने वाला है। उसकी हालत काफी खराब होने लगती है। इसे देख उसके सहयोगी उसे एक मास्क लेप लगा देते हैं। अब धीरे धीरे वो मेंटली डिस्टर्ब भी होने लगा था। इसे लेकर काफी परेशान भी था। जिंदा बच पाती है उस लड़की का नाम होता है सैली। उस लड़की ने पुलिस को अपना बयान दर्ज कराया था, जिसके बाद उसने इस बारे में किसी को भी नहीं बताया, यानी कि इस बारे में उसने कभी भी डिस्कस नहीं किया, क्योंकि दोस्तों ये बहुत ही भयावह कांड था। दोस्तों उस बयान में उसने एक खूनी का जिक्र किया था। खूनी ने चमड़े का मास्क पहना हुआ था, इसलिए वो उसका असली चेहरा देख नहीं पाई थी।